अस्सलामुअलैकुम। कैसे हैं आप सब? आई होप आप सब ठीक होंगे, खैरियत से होंगे। नया व्लॉग, नया दिन आज शुरू करने लगी हूँ। मुझे ना लास्ट टाइम जो मैंने लास्ट व्लॉग अपनी एनिवर्सरी का शेयर किया था, मुझे बहुत खुशी हुई कि आप सब ने मुझे इतनी दुआएं दी हैं। मुझे मैसेजेस, मुझे वीडियोस पर, मुझे स्टेटस पे, मुझे लोगों ने पर्सनल मैसेजेस, फ़ोन कॉल्स कर कर के एनिवर्सरी विश किया। मुझे बहुत अच्छा लगा, मुझे इतनी दुआएं मिली, मुझे बहुत अच्छा लगा। तो आज मैं जो है ना अपना व्लॉग स्टार्ट कर रही थी, तो मैंने सोचा कि मैं अपनी रूटीन जो है आज मैं क्या कर रही हूँ, क्या पका रही हूँ, मैं आपके साथ शेयर करूँ। इत्थे जी मैं अपने हस्बैंड दे ना कपड़े इस्त्री करके ना सारे सिद्धरे पद्धरे करके लगा दिते। और उस तो बाद मैं सोच रही थी कि ਜਦੋਂ ਅਸੀਂ ਛੋਟੇ ਵੀ ਹੁੰਦੇ ਸੀ ਨਾ ਔਰ ਪਾਕਿਸਤਾਨ 'ਚ ਵੀ ਹੁੰਦੇ ਸੀ, ਕਿਹਾ ਜਾਂਦਾ ਸੀ ਕਿ ਅੱਜ ਮਹਿਮਾਨਾਂ ਨੇ ਆਣਾ ਹੈ, ਅੱਜ ਨਵੇਂ ਕੱਪੜੇ ਕੱਢੋ। ਇਹ ਕੱਪੜਿਆਂ ਤੋਂ ਮੈਨੂੰ ਯਾਦ ਆ ਰਿਹਾ ਸੀ ਕਿ ਲੜਕੀਆਂ ਦੀਆਂ ਅਲਮਾਰੀਆਂ ਜਿੰਨੀਆਂ ਮਰਜ਼ੀ ਭਰੀਆਂ ਹੋਣ ਨਾ, ਤੇ ਉਹ ਫੇਰ ਕਹਿਣੀਆਂ ਸਾਡੇ ਕੋਲ ਕੱਪੜਾ ਨਹੀਂ। ਔਰ ਮੈਂ ਜਿੱਥੇ ਵੀ ਵਾਪਸੀ ਤੇ ਆਪਣੇ ਆਫਿਸ ਤੋਂ ਵਾਪਸੀ ਤੇ ਜਿਹੜੇ ਮਰਜ਼ੀ ਮਾਲ ਤੇ ਜਿਹੜੇ ਮਰਜ਼ੀ ਸਟੋਰ ਤੇ ਜਾਂਦੀ ਸੀ, ਕੱਪੜੇ ਇੰਨੇ ਜ਼ਿਆਦਾ ਖਰੀਦ ਕੇ ਲੈ ਕੇ ਆਉਂਦੀ ਸੀ। ਅਕਸਰ ਮੇਰੀਆਂ ਅਲਮਾਰੀਆਂ ਭਰੀਆਂ ਹੁੰਦੀਆਂ ਸੀ, ਮੈਨੂੰ ਖੁਦ ਵੀ ਬਹੁਤ ਸ਼ੌਕ ਹੁੰਦਾ ਸੀ। ਔਰ ਮੈਨੂੰ ਸਮਝ ਨਹੀਂ ਆਉਂਦਾ, ਮੇਰੇ ਹਸਬੈਂਡ ਨੂੰ ਸ਼ੌਕ ਹੀ ਨਹੀਂ ਹੈ, ਤੇ ਮੈਨੂੰ ਹੁੰਦਾ ਹੈ ਕਿ ਉਹ ਨਵੇਂ ਜਿਹੇ ਕੱਪੜੇ ਪਹਿਨ, ਡੇਲੀ ਮੈਂ ਉਹਨਾਂ ਨੂੰ ਡਿਫਰੈਂਟ ਕੱਪੜੇ ਪਹਿਨਾਵਾਂ। ਤੇ ਮੈਂ ਕਹਿੰਦੀ ਹਾਂ ਉਹ ਸ਼ਾਪਿੰਗ ਹੀ ਨਹੀਂ ਕਰਦੇ, ਜਿਹੜੀ ਚੀਜ਼ ਖਰੀਦਾਂਗੀ ਉਹ ਮੈਂ ਹੀ ਖਰੀਦਾਂਗੀ, ਉਹ ਆਪਣੇ ਵਾਸਤੇ ਸ਼ਾਪਿੰਗ ਵੀ ਨਹੀਂ ਕਰਦੇ। ਤੇ ਉਹ ਮੈਂ ਅੱਜ ਉਹਨਾਂ ਦੇ ਕੱਪੜੇ ਪਹਿਲੇ ਪ੍ਰੈਸ ਕੀਤੇ, ਉਸ ਤੋਂ ਬਾਅਦ ਅਸੀਂ ਗਰੋਸਰੀ ਕਰਨ ਗਏ। ਔਰ ਮੈਂ ਉਹਨਾਂ ਨੂੰ ਕਿਹਾ ਕਿ ਮੇਰਾ ਦਿਲ ਕਰ ਰਿਹਾ ਹੈ ਰਾਹਤ ਦਾ ਆਲੂ ਵਾਲਾ ਨਾਨ ਖਾਣ ਨੂੰ, ਕਿਉਂਕਿ ਮੈਨੂੰ ਜਦੋਂ ਪਾਕਿਸਤਾਨ ਦੀ ਯਾਦ ਆਉਂਦੀ ਤਾਂ ਮੈਂ ਨਾਨ ਖਾਣ ਚਲੇ ਜਾਂਦੀ। ਔਰ ਮੇਰੇ ਹਸਬੈਂਡ ਜਿਹੜੇ ਨੇ ਇੱਥੇ ਮਜਬੂਰੀ ਦੇ ਤੌਰ 'ਤੇ ਸਮੋਸਾ ਚਾਟ खा रहे हैं ना, फेस धोए बगैर जो है ना घर से निकल आए हैं मेरे साथ। और इनको क्या हो रहा है, नींद आ रही? तो घर पे ही रहना था। मैंने तो ग्रॉसरी के लिए उठाया था आपको। ये क्या खा रहे हैं? समोसा चाट। समोसा चाट। मेरा आ रहा है पिज़्ज़ा नान। पिज़्ज़ा नान मैं तो वो खाऊँ। सारी बिस्किट्स, रस, मिठाई जो है ना आपको यहाँ पे मिल सकती है राहत पर। जलेबियाँ भी हैं अली, जलेबी भी है, लेकिन गर्म गर्म जलेबी भी कहीं से मिलती होगी। लेकिन ये सारे चीज़, नान जो कि मुझे बहुत पसंद है यहाँ का। अरे ये मुझे लगता है जूस वगैरह कोई ऑर्डर करना तो कर लो। नो, ये है लेमिनेट। हस्बैंड मेरे जो है ना एज यूजुअल फ़ोन में मसरूफ। वो पंजाबी में कहते हैं ए केड़ी सपनी है जिहड़ी निकलदी नहीं पई मोबाइल 'च खुब्बी है। निकल गई है, सपनी सी। ਇੱਥੇ ਮੈਂ ਤੁਹਾਡੇ ਸਾਹਮਣੇ ਬਣਾਉਣ ਲੱਗੀ ਹਾਂ ਸਹੀ ਪੰਜਾਬੀ ਸਟਾਈਲ 'ਚ, ਦੇਸੀ ਸਟਾਈਲ 'ਚ ਮਿਕਸ ਵੈਜੀਟੇਬਲਸ। ਮੈਂ ਕਹਿੰਦੀ ਹਾਂ ਤੁਹਾਨੂੰ ਹੁਨਰ ਹੋਣਾ ਚਾਹੀਦਾ ਪਕਾਉਣ ਦਾ। ਤੁਹਾਡੇ ਘਰ 'ਚ ਜੋ ਵੀ ਚੀਜ਼ ਹੈ ਨਾ ਤੁਸੀਂ ਪਕਾ ਛੱਡੋ। ਸਭ ਤੋਂ ਵੱਡਾ ਮਸਲਾ ਇਹ ਹੁੰਦਾ ਕਿ ਅੱਜ ਪਕਾਉਣਾ ਕੀ ਹੈ। ਰੋਜ਼ ਬੰਦਾ ਸੋਚਦਾ ਕਿ ਅੱਜ ਪਕਾਉਣਾ ਕੀ ਹੈ, ਔਰ ਸਮਝ ਹੀ ਨਹੀਂ ਆਉਂਦੀ। ਪਾਕਿਸਤਾਨ 'ਚ ਵੀ ਜਦੋਂ ਇਹ ਸੀ ਨਾ, ਮੇਰੀ ਅੰਮੀ ਸੋਚਦੇ ਸੀ ਕਿ ਅੱਜ ਪਕਾਈਏ ਕੀ, ਅਤੇ ਕੋਈ ਕਿਸੇ ਦੀ ਕੋਈ ਫਰਮਾਇਸ਼ ਹੁੰਦੀ ਸੀ, ਕਿਸੇ ਦੀ ਕੋਈ ਹੁੰਦੀ ਸੀ। ਅਤੇ ਅੱਜ ਮੇਰੇ ਕੋਲ ਜਿੰਨੀਆਂ ਵੈਜੀਟੇਬਲਸ ਪਈਆਂ ਸੀ, ਮੈਂ ਸੋਚਿਆ ਸਾਰੀਆਂ ਹੀ ਪਾ ਛੱਡੀਏ। ਤੇ ਤੁਸੀਂ ਸੋਚਦੇ ਹੋਗੇ ਕਿੰਨੀ ਕੁ ਪੇਂਡੂ ਕੁੜੀ ਹੈ, ਤੇ ਜੇ ਤੁਸੀਂ ਮੈਨੂੰ ਪੇਂਡੂ ਸਮਝਦੇ, ਮੈਨੂੰ ਇਸ ਗੱਲ 'ਤੇ ਫਖਰ ਹੈ ਕਿ ਹਾਂ ਬਈ ਅਸੀਂ ਪੇਂਡੂ ਹਾਂ। ਤੇ ਇੱਥੇ ਮੈਂ ਜੀ 2 ਪਿਆਜ਼ ਲਏ, ਉਹਨਾਂ ਨੂੰ ਬਰੀਕ ਬਰੀਕ ਜਿਹਾ ਕਟਿੰਗ ਕੀਤਾ, ਟਮਾਟਰ ਲਏ, ਸਾਰੇ ਮਸਾਲੇ ਮੈਂ ਵਿੱਚ ਡਾਲ ਦਿੱਤੇ। ਸੁੱਕਾ ਧਨੀਆ ਪੀਸਾ ਹੋਇਆ, ਕੁੱਟੀ ਮਿਰਚ, ਲਾਲ ਮਿਰਚ, ਨਮਕ ਔਰ ਜ਼ੀਰਾ, ਹਲਦੀ, ਇਹ ਜਿਹੜੇ ਮਸਾਲੇ ਮੈਂ ਸਾਰੇ ਡਾਲ ਦਿੱਤੇ। ਇਹਨਾਂ ਨੂੰ ਮੈਂ ਅੱਛੀ ਤਰ੍ਹਾਂ ਮਿਕਸ ਕਰਾਂਗੀ। ਤੁਸੀਂ ਪਿਆਜ਼ ਨੂੰ ਬਰਾਊਨ ਨਹੀਂ ਕਰਨਾ। ਜਦੋਂ ਪਿਆਜ਼ ਨੂੰ ਤੁਸੀਂ ਬਰਾਊਨ ਕਰ ਦਿਓ ਨਾ, ਕਾਲੀ ਹਾਂਡੀ ਹੋ ਜਾਂਦੀ ਅਤੇ ਮਸਾਲਾ ਸੜ ਭੁੱਜ ਜਾਂਦਾ ਅਤੇ ਸਵਾਦ ਨਹੀਂ ਆਉਂਦਾ। ਇੱਥੇ ਮੈਂ 2 ਆਲੂ ਵੀ ਕੱਢੇ, ਮੇਰੇ ਕੋਲ ਆਲੂ ਵੀ ਨਿਕਲ ਆਏ, ਮੈਂ ਆਲੂ ਨੂੰ ਵੀ ਡਾਲ ਦਿੱਤਾ। ਮਟਰ ਮੈਂ ਫਰੈਸ਼ ਲੈ ਕੇ ਆਈ ਸੀ, ਮੈਂ ਉਹਨਾਂ ਨੂੰ ਖੁਦ ਨਿਕਾਲਿਆ। ਮੈਂ ਪੈਕਟ ਵਾਲੇ ਮਟਰ ਨੂੰ ਯੂਜ਼ ਨਹੀਂ ਕਰਦੀ, ਮੈਨੂੰ ਉਹਦਾ ਟੇਸਟ ਨਹੀਂ ਆਉਂਦਾ। ਔਰ ਮੇਰੇ ਕੋਲ ਰੈੱਡ ਗਾਜਰਾਂ ਨਹੀਂ ਸੀ ਹੈ, ਮੇਰੇ ਕੋਲ ਔਰੇਂਜ ਵਾਲੀਆਂ ਗਾਜਰਾਂ ਸੀ। ਮੈਂ ਉਹ ਵੀ ਇੱਕ ਗਾਜਰ ਲਈ, ਉਹਨੂੰ ਵੀ ਬਰੀਕ। ਫਿਰ ਮੈਂ ਫਰਿੱਜ ਖੋਲ੍ਹੀ ਅਤੇ ਮੈਨੂੰ ਬੈਂਗਣ ਨਿੱਕੇ ਨਿੱਕੇ ਨਜ਼ਰ ਆਏ। ਮੈਂ ਸੋਚਿਆ ਕਿ ਇਹਨੂੰ ਵੀ ਵਿੱਚ ਪਾ ਦਿਓ। ਬੈਂਗਣ ਵੀ ਮੈਂ 1-2 ਛੋਟੇ ਲਏ, ਉਹਨਾਂ ਨੂੰ ਵੀ ਬਰੀਕ ਬਰੀਕ ਕਟਿੰਗ ਕਰ ਲਿਆ। ਅਤੇ ਇਹ ਗਾਜਰਾਂ ਤੁਸੀਂ ਦੇਖੋ, ਇਹ ਔਰੇਂਜ ਮੇਰੀਆਂ ਕੋਲ ਮੈਂ ਕਹਿੰਦੀ ਕਿ ਤੁਹਾਨੂੰ ਹੁਨਰ ਹੋਣਾ ਚਾਹੀਦਾ, ਕਿ ਸਮਝ ਹੋਣੀ ਚਾਹੀਦੀ ਕਿ ਇਹ ਨਹੀਂ ਕਿ ਤੁਸੀਂ ਕਾਪੀ ਬਣਾਓ ਕਿ ਬਈ ਅੱਛੀ ਅੱਜ ਆਲੂ ਮਟਰ ਹੀ ਪਕਾਣੇ। ਜੇ ਅਰਬੀ ਬੈਂਗਣ ਹੈ ਅਰਬੀ ਬੈਂਗਣ, ਮੈਂ ਕਹਿੰਦੀ ਜੋ ਤੁਹਾਡੇ ਕੋਲ ਪਿਆ ਹੈ ਨਾ ਉਹ ਪਾ ਛੱਡੋ। ਇਹ ਮੇਰੇ ਕੋਲ ਮੇਥੀ ਵੀ ਫਰੈਸ਼ ਪਈ ਸੀ, ਉਹਨੂੰ ਵੀ ਮੈਂ ਬਰੀਕ ਬਰੀਕ ਕਟਿੰਗ ਕੀਤਾ, ਉਹਨੂੰ ਵੀ ਡਾਲ ਲਿਆ। ਫਿਰ ਮੈਂ ਫਰਿੱਜ ਖੋਲ੍ਹੀ, ਮੈਨੂੰ ਪਾਲਕ ਵੀ ਨਜ਼ਰ ਆਈ, ਮੈਂ ਪਾਲਕ ਦੇ ਵੀ ਕੋਈ 4-5 ਪੱਤੇ ਲਏ, ਉਹਨੂੰ ਵੀ ਬਰੀਕ ਬਰੀਕ ਕਟਿੰਗ ਕੀਤਾ, ਉਹ ਵੀ ਪਾ ਲਿਆ। ਇਹ ਸਾਰਾ ਕੁਛ ਪਾ ਪੂ ਕੇ ਨਾ ਮੈਂ ਅੱਜ ਮਿਕਸ ਵੈਜੀਟੇਬਲਸ ਬਣਾਈਆਂ, ਅਤੇ ਮੇਰੇ ਹਸਬੈਂਡ ਨਾ ਇੰਨੇ ਜੀ ਖੁਸ਼ ਹੋ ਗਏ, ਉਹਨਾਂ ਨੂੰ ਬੜੀਆਂ ਪਸੰਦ ਆਈਆਂ।
ਤੇ ਇੱਥੇ ਤੁਸੀਂ ਸੋਚ ਰਹੇ ਹੋਗੇ ਕਿ ਮੈਂ ਪੰਜਾਬੀ ਬੋਲਣੀ ਆ, ਮੈਂ ਥੋੜ੍ਹਾ ਜਿਹਾ ਪੇਂਡੂ, ਔਰ ਮੈਂ ਕਹਿੰਦੀ ਹਾਂ ਕਿ ਅਗਰ ਜੇ ਪੇਂਡੂ ਆਪਣੇ ਇਨਸਾਨ ਜਿੱਥੇ ਵੀ ਜਾਏ ਨਾ ਆਪਣਾ ਕਲਚਰ ਨਾ ਭੁੱਲੇ, ਆਪਣੀ ਜ਼ੁਬਾਨ ਨਾ ਭੁੱਲੇ, ਆਪਣਾ ਅੰਦਾਜ਼ ਨਾ ਭੁੱਲੇ, ਆਪਣਾ ਪਕਾਨ ਜੋ ਤੁਸੀਂ ਲੈ ਕੇ ਚੱਲ ਰਹੇ ਉਹੀ। ਅਤੇ ਜੇ ਤੁਹਾਨੂੰ ਇਹ ਜੋ ਬਹੁਤ ਐਸੇ ਲੋਕ ਹੋਣਗੇ ਮੈਨੂੰ ਇਸ ਚੀਜ਼ 'ਤੇ ਵੀ ਐਪਰੀਸ਼ੀਏਟ ਕਰਦੇ ਨੇ, ਪਸੰਦ ਕਰਦੇ ਨੇ। ਔਰ ਜੈਸਾ ਦੇਸ ਵੈਸਾ ਬੇਸ, ਮੈਂ ਇਹ ਕਹਿੰਦੀ ਕਿ ਤੁਸੀਂ ਜਿਸ ਤਰ੍ਹਾਂ ਦੀ ਮਹਿਫਿਲ 'ਚ ਬੈਠੇ ਹੋ ਉਸ ਤਰ੍ਹਾਂ ਦੇ ਬਣ ਜਾਓ, ਲੇਕਿਨ ਆਪਣੀ ਮਹਿਫਿਲ 'ਚ ਆਪਣਾ ਕਲਚਰ ਕਦੀ ਨਾ ਭੁੱਲੋ, ਆਪਣੇ ਰਿਸ਼ਤੇ ਨਾ ਭੁੱਲੋ, ਆਪਣਾ ਪਿਆਰ ਨਾ ਭੁੱਲੋ, ਆਪਣਾ ਦਿੱਤੇ ਹੋਏ ਜਿਹੜਾ ਲੋਕਾਂ ਕੋਲੋਂ ਤੁਸੀਂ ਪਿਆਰ ਲੈ ਕੇ ਆਏ ਹੋ, ਆਪਣੀ ਸੋਚ ਔਰ ਆਪਣਾ ਪੰਜਾਬ ਦਿਲ ਦੀ ਜਾਨ ਹੈ, ਆਪਣੀ ਸ਼ਾਨ ਹੈ। ਪੰਜਾਬੀ ਲੋਕਾਂ ਦਾ ਨਾ ਦਿਲ ਬਹੁਤ ਖੁੱਲ੍ਹਾ ਹੁੰਦਾ ਹੈ, ਮਹਿਮਾਨ ਨਵਾਜ਼ ਬਹੁਤ ਹੁੰਦੇ ਨੇ, ਇਹ ਚੀਜ਼ ਪੰਜਾਬੀਆਂ ਦੀ ਸ਼ਾਨ ਹੈ। ਲੇਕਿਨ ਜਦੋਂ ਇਹਨਾਂ ਦਾ ਦਿਮਾਗ ਘੁੰਮਣ 'ਤੇ ਆਉਂਦਾ ਨਾ, ਫਿਰ ਪਾਰਾ ਇੰਝ ਉੱਤੇ ਜਾਂਦਾ ਹੈ ਕਿ ਫਿਰ ਤੁਸੀਂ ਕਹੋਗੇ ਇਸ ਤੋਂ ਭੈੜਾ ਵੀ ਕੋਈ ਨਹੀਂ। ਇਹ ਪੰਜਾਬੀਆਂ ਦੀ ਥੋੜ੍ਹੀ ਜਿਹੀ ਇਹ ਵਾਲਾ ਪੁਆਇੰਟ ਹੈਗਾ। ਅਤੇ ਤੁਹਾਡੇ ਨਾਲ ਗੱਲਾਂ ਕਰਦੇ ਕਰਦੇ ਮੇਰੀਆਂ ਮਿਕਸ ਵੈਜੀਟੇਬਲ, ਮੈਂ ਥੋੜ੍ਹਾ ਜਿਹਾ ਪਾਣੀ ਵੀ ਪਾ ਦਿੱਤਾ ਉਹਨਾਂ ਨੂੰ, ਮੈਂ ਥੋੜ੍ਹਾ ਜਿਹਾ ਪਕਾ ਵੀ ਲਿਆ। ਔਰ ਜਿਸ ਤਰ੍ਹਾਂ ਹੀ ਆਲੂ ਮਟਰ ਗਾਜਰਾਂ ਸਾਡੀਆਂ ਗਲ ਜਾਣੀਆਂ ਅਤੇ ਮਿਕਸ ਵੈਜੀਟੇਬਲ ਸਾਡੀਆਂ ਤਿਆਰ ਹੋ ਜਾਣਗੀਆਂ। ਐਂਡ 'ਤੇ ਤੁਸੀਂ ਇਹਦੇ 'ਚ ਥੋੜ੍ਹਾ ਜਿਹਾ ਗਰਮ ਮਸਾਲਾ ਪੀਸਿਆ ਹੋਇਆ ਪਾਉਣਾ। ਅਤੇ ਮੈਂ ਇਹਦੇ ਕੋਲ 2 ਬੈਂਗਣ ਜਿਹੜੇ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਨਿਕਲ ਆਏ ਸੀ, ਇਹ ਵੀ ਮੈਂ ਨਾਲ ਕੀਤੇ ਅਤੇ ਉਹ ਵੀ ਸਟੀਮ 'ਚ ਨਾਲ ਹੀ ਪਾ ਕੇ ਬਰੀਕ ਬਰੀਕ ਅਦਰਕ ਕੱਟੀ, ਗਰਮ ਮਸਾਲਾ ਪਾਇਆ ਔਰ ਹਰੇ ਧਨੀਏ ਦੀ ਗਾਰਨਿਸ਼ਿੰਗ ਕੀਤੀ ਔਰ ਮੈਂ ਇਹਨੂੰ ਨਾਲ ਹੀ ਮਿਕਸ ਕੀਤਾ। ਮੈਨੂੰ ਨਾ ਪਸੰਦ ਹੁੰਦਾ ਹੈ ਕਿ ਨਾ ਇਨਸਾਨ ਜਿਹੜਾ ਨਾ ਆਪਣਾਪਨ, ਆਪਣਾ ਇਖਲਾਕ, ਆਪਣਾ ਪਿਆਰ ਸ਼ੋਅ ਕਰੇ। ਜਿੰਨਾ ਇਨਸਾਨ 'ਚ ਜਿਹੜੇ ਲੋਕਾਂ 'ਚ ਆਜਜ਼ੀ ਹੁੰਦੀ ਨਾ, ਤੁਸੀਂ ਬਿਲਕੁਲ ਵੀ ਪ੍ਰਾਊਡਨੈਸ ਨਹੀਂ ਸ਼ੋਅ ਕਰੋ, ਤਕੱਬੁਰ ਨਾ ਸ਼ੋਅ ਕਰੋ, ਅਤੇ ਇਖਲਾਕ ਅਤੇ ਪਿਆਰ ਤੁਹਾਨੂੰ ਉਨਾ ਹੀ ਮਿਲਦਾ। ਔਰ ਮੈਂ ਜ਼ਿੰਦਗੀ 'ਚ ਇਹ ਅਜ਼ਮਾਇਆ, ਤੁਸੀਂ ਜਿੰਨਾ ਪਿਆਰ ਦੇਵੋਗੇ ਉਨਾ ਪਿਆਰ ਤੁਹਾਨੂੰ ਮਿਲੇਗਾ। ਜਿੰਨਾ ਕਿਸੇ ਕੋ, ਮੈਂ ਕਹਿੰਦੀ ਕਿਸੇ ਕੋਲੋਂ ਹਸਦ ਨਾ ਕਰੋ। ਹਸਦ ਐਸੀ ਬਿਮਾਰੀ ਹੈ ਜਿਹੜੀ ਇਨਸਾਨ ਨੂੰ ਖਾ ਜਾਂਦੀ। ਤੁਸੀਂ ਕਿਸੇ ਕੋਲੋਂ ਵੀ ਹਸਦ ਕਰੋਗੇ ਨਾ, ਤੁਹਾਡੇ ਕੋਲ ਕੁਛ ਨਹੀਂ ਰਹੇਗਾ। ਅਤੇ ਜੇ ਤੁਸੀਂ ਕਿਸੇ ਦੂਜੇ ਨੂੰ ਵੇਖ ਕੇ ਖੁਸ਼ ਹੋ ਰਹੇ ਨਾ, ਅਤੇ ਇਹ ਦੁਆ ਕਰੋ ਅੱਲਾ ਪਾਕ ਇਹਦੀ ਤੁਫੈਲ ਮੈਨੂੰ ਵੀ ਮਿਲੇ। ਅਤੇ ਯਕੀਨ ਕਰੋ ਕਿ ਤੁਹਾਡੇ ਘਰ 'ਚ ਲਹਿਰਾਂ ਪੈਰਾਂ ਹੋਣਗੀਆਂ, ਤੁਹਾਡੇ ਘਰ 'ਚ ਘਾਟੇ ਨਹੀਂ ਪੈਣਗੇ। ਔਰ ਮੈਨੂੰ ਸਮਝ ਨਹੀਂ ਆਉਂਦੀ ਕਿ ਸ਼ਾਇਦ ਅਸੀਂ ਨਾ ਅੱਲਾ ਦੀ ਦੇਣ ਤੋਂ ਹੁੰਦਾ ਹੈ ਕਿ ਸ਼ਾਇਦ ਉਹਨੂੰ ਜ਼ਿਆਦਾ ਦੇ ਦਿੱਤਾ ਮੈਨੂੰ ਔਰ ਇਹ ਨਹੀਂ, ਤੁਹਾਨੂੰ ਵੀ ਕਿਸੇ ਵਕਤ 'ਚ ਜਾ ਕੇ ਮਿਲ ਸਕਦਾ। ਇਹ ਨੀਅਤਾਂ ਦਾ ਭਾਗ ਹੁੰਦਾ ਔਰ ਮਿਲਦਾ। ਮੇਰੀ ਖਿਆਲ 'ਚ ਮੈਂ ਜ਼ਿੰਦਗੀ 'ਚ ਜਿੰਨੀਆਂ ਮਿਹਨਤ ਦੇ ਨਾਲ ਆਪਣੇ ਵਾਲਿਦ ਤੋਂ ਬਾਅਦ ਜਿੰਨੀਆਂ ਅਜ਼ਮਾਇਸ਼ਾਂ ਵੀ ਅਸੀਂ ਦੇਖੀਆਂ ਨੇ, ਬਹੁਤ ਜ਼ਵਾਲ ਵੀ ਦੇਖਿਆ ਹੈ, ਔਰ ਹਿੰਮਤ ਨਹੀਂ ਹਾਰਨੀ ਚਾਹੀਦੀ। ਅਤੇ ਮੈਨੂੰ ਇੱਕ ਦਿਨ ਕਿਸੇ ਨੇ ਪੁੱਛਿਆ ਕਿ ਵਾਹ ਕਿਆ ਆਟਾ, ਇਹ ਆਟਾ ਗੁੰਨਣਾ ਨਾ ਅਸੀਂ ਆਪਣੇ ਵੱਡਿਆਂ ਕੋਲੋਂ ਸਿੱਖਿਆ, ਮੁੱਕੀ ਦੇਈ ਜਾਓ ਅਤੇ ਆਟਾ ਸੋਹਣਾ ਜਿਹੜਾ ਨਾ ਉਹ ਜਿੰਨਾ ਆਟਾ ਤੁਸੀਂ ਸੋਹਣਾ ਗੁੱਝੋਗੇ ਨਾ, ਉਨੀ ਸੋਹਣੀ ਰੋਟੀ ਪੱਕੇਗੀ। ਅਤੇ ਆਟਾ ਗੁੰਨਦੇ ਨਾਲ ਹੀ ਨਾ ਨਾਲ ਹੀ ਮੇਰਾ ਸਾਲਨ ਵੀ ਤਿਆਰ ਹੋ ਗਿਆ। ਔਰ ਨਾਲ ਤੁਹਾਡੇ ਗੱਲਾਂ ਕਰਦੇ ਕਰਦੇ ਮੈਨੂੰ ਯਾਦ ਆਇਆ ਕਿ ਮੇਰਾ ਵਲੋਗ ਦਾ ਟਾਈਮ ਵੀ ਐਂਡ ਹੋ ਗਿਆ। ਅਤੇ ਨਾਲ ਮੈਂ ਸੋਹਣੇ ਜਿਹੇ ਫੁਲਕੇ ਪਕਾਵਾਂਗੀ, ਆਪਣੇ ਹਸਬੈਂਡ ਨੂੰ ਪੇਸ਼ ਕਰਾਂਗੀ। ਮੇਰੀ ਬਹੁਤ ਅੱਛੀ ਹੈ ਵੈਜੀਟੇਬਲਸ ਰੈਸਪੀ ਜਿਹੜੀ ਨਾ ਉਹ ਬਣੀ ਸੀ, ਬਹੁਤ ਅੱਛਾ ਟੇਸਟ ਸੀ। ਤੁਸੀਂ ਵੀ ਇਹ ਟਰਾਈ ਕਰਨਾ ਅਤੇ ਮੈਨੂੰ ਆਪਣੀਆਂ ਦੁਆਵਾਂ 'ਚ ਯਾਦ ਰੱਖਣਾ। ਨੈਕਸਟ ਟਾਈਮ ਇੱਕ ਨਵੇਂ ਵਲੋਗ ਨਾਲ ਆਪਣੀਆਂ ਦੁਆਵਾਂ 'ਚ ਯਾਦ ਰੱਖਣਾ। ਅੱਲਾ ਹਾਫਿਜ਼।